थ्योरम है। फिफ्थ थ्योरम का रिजल्ट की कहता है अगर फंक्शन तुहाडे कोले कंटीन्यूअस है ऑन क्लोज्ड इंटरवल ए बी सच दैट फंक्शन का जो भी डेरिवेटिव है वो एग्जिस्ट करता है, ठीक है, एंड फंक्शन का डेरिवेटिव है ਉਹਦਾ मॉडुलस लेस देन इक्वल टू ए है, मतलब डेरिवेटिव वाला ਜਿਹੜਾ फंक्शन है वो बाउंडेड है, ठीक है, फॉर ऑल एक्स के लिए। फॉर सम ए की है कहते पॉजिटिव होगा ते रियल नंबर होगा, दैन तुसी शो करना कि एफ इज ए फंक्शन ऑफ बाउंडेड वेरिएशन। मीनस उपर आपां जिहड़ा रिमार्क कीता सी सैकेंड वाला ਉਹ ਚ ਆਪਾਂ ਕੀ ਕਿਹਾ ਸੀ ਕਿ ਅਗਰ ਫੰਕਸ਼ਨ ਕੰਟੀਨਿਊਅਸ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਬਾਉਂਡਡ ਵੇਰੀਏਸ਼ਨ ਦਾ ਹੋਵੇ, ਬਟ ਇੱਥੇ ਇਹਨਾਂ ਨੇ ਕੁਝ ਐਕਸਟਰਾ ਕੰਡੀਸ਼ਨਸ ਦੇਤੀਆਂ ਕਿ ਫੰਕਸ਼ਨ ਤਾਂ ਕੰਟੀਨਿਊਅਸ ਹੈਗਾ ਹੀ ਹੈਗਾ, ਉਹਦੇ ਨਾਲ ਤੁਹਾਨੂੰ ਦੋ ਕੰਡੀਸ਼ਨਸ ਦੇਤੀਆਂ ਕਿ ਤਾਂ ਉਹਦਾ ਡੈਰੀਵੇਟਿਵ ਐਗਜ਼ਿਸਟ ਕਰਨਾ ਚਾਹੀਦਾ, ਸੈਕੰਡ ਕਿ ਉਹਦਾ ਜਿਹੜਾ ਡੈਰੀਵੇਟਿਵ ਆ ਬਾਉਂਡਡ ਹੋਣਾ ਚਾਹੀਦਾ, ਦੈਨ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਕੀ ਹੈ ਬਾਉਂਡਡ ਵੇਰੀਏਸ਼ਨ ਦਾ ਹੈਗਾ, ਠੀਕ ਹੈ। ਦੋ ਕੰਡੀਸ਼ਨਸ ਐਕਸਟਰਾ ਦੇਤੀਆਂ ਇੱਥੇ, ਤਾਂ ਆਪਾਂ ਇਕੱਲੇ ਕੰਟੀਨਿਊਟੀ ਦੇ ਬੇਸ ਤੇ ਕੁਝ ਨਹੀਂ ਕਹਿ ਸਕਦੇ, ਤਾਂ ਨਾਲ ਦੋ ਕੰਡੀਸ਼ਨਸ ਆ ਗਈਆਂ ਕਿ ਉਹਦਾ ਡੈਰੀਵੇਟਿਵ ਐਗਜ਼ਿਸਟ ਕਰੇ ਤੇ ਬਾਉਂਡਡ ਹੋਵੇ, ਦੈਨ ਆਪਾਂ ਕਹਿ ਸਕਦੇ ਹਾਂ ਕਿ f ਇਜ਼ ਅ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ। ਤਾਂ ਫਸਟ ਆਫ ਆਲ ਆਪਾਂ ਕੀ ਕਰਾਂਗੇ, ਪਾਰਟੀਸ਼ਨ ਬਣਾਵਾਂਗੇ ਕਲੋਜ਼ਡ ਇੰਟਰਵਲ ਦੀ, ਉਹ ਤੁਹਾਨੂੰ ਪਤਾ ਹੀ ਹੈ a to b ਇੰਟਰਵਲ ਦੀ ਆਪਾਂ ਪਾਰਟੀਸ਼ਨ ਬਣਾ ਲਈ। ਹੁਣ ਫੰਕਸ਼ਨ ਤੁਹਾਨੂੰ ਕੰਟੀਨਿਊਸ ਦਿੱਤਾ ਹੋਇਆ ਕਲੋਜ਼ਡ ਇੰਟਰਵਲ 'ਚ ਤੇ ਡਿਫਰੈਂਸ਼ੀਏਬਲ ਵੀ ਦਿੱਤਾ ਹੋਇਆ ਸਟੇਟਮੈਂਟ 'ਚ, ਕਿਉਂਕਿ ਉਹਨਾਂ ਨੇ ਕਿਹਾ ਡੈਰੀਵੇਟਿਵ ਐਗਜ਼ਿਸਟ ਕਰਦਾ ਕਰਦਾ ਤਾਂ ਆਬਵੀਅਸ ਹੈ ਡਿਫਰੈਂਸ਼ੀਏਬਲ ਹੋਊਗਾ, ਤੇ ਡਿਫਰੈਂਸ਼ੀਏਬਿਲਿਟੀ ਹਮੇਸ਼ਾ ਆਪਾਂ ਓਪਨ ਇੰਟਰਵਲ ਦੀ ਗੱਲ ਕਰਦੇ ਹੁੰਦੇ ਹਾਂ, ਠੀਕ ਹੈ। ਤਾਂ ਲੈਗਰੈਂਜ ਮੀਨ ਵੈਲਿਊ ਥਿਓਰਮ ਦੇ ਵਿੱਚ ਤੁਹਾਡੇ ਕੋਲੇ ਦੋ ਹੀ ਕੰਡੀਸ਼ਨਸ ਹੁੰਦੀਆਂ, ਕੰਟੀਨਿਊਟੀ ਤੇ ਡਿਫਰੈਂਸ਼ੀਏਬਿਲਿਟੀ, ਠੀਕ ਹੈ। ਦੈਨ ਆਪਾਂ ਲੈਗਰੈਂਜ ਮੀਨ ਵੈਲਿਊ ਥਿਓਰਮ ਅਪਲਾਈ ਕਰ ਸਕਦੇ ਹਾਂ, ਤਾਂ ਤੁਹਾਨੂੰ ਪਤਾ ਹੀ ਹੈ ਕੀ ਹੁੰਦੀ ਹੈ f of b ਮਾਈਨਸ f of a। ਹੁਣ b ਤੇ a ਇੱਥੇ ਕੀ ਹੋ ਜਾਊਗਾ, b ਦਾ ਮਤਲਬ ਹੋ ਗਿਆ xi ਤੇ a ਦਾ ਮਤਲਬ ਹੋ ਗਿਆ xi ਮਾਈਨਸ 1, ਕਿਉਂਕਿ ਆਪਣਾ ਇੰਟਰਵਲ ਕੀ ਹੈ xi ਮਾਈਨਸ 1, xi ਇਜ਼ ਇਕੁਅਲ ਟੂ ਅਪੋਨ ਚ ਹੁੰਦਾ b ਮਾਈਨਸ a, ਉਹ ਰਾਈਟ ਸਾਈਡ ਤੇ ਲਿਖ ਲਿਆ ਉਹਨਾਂ ਨੇ xi ਮਾਈਨਸ 1 ਤੇ ਨਾਲ ਕੀ ਹੁੰਦਾ f ਡੈਸ਼ c ਦੀ ਜਗ੍ਹਾ ਤੇ ਆਪਣਾ ਪੁਆਇੰਟ ਕੀ ਆ ਗਿਆ ti ਬਿਲੋਂਗਸ ਟੂ ਦਿਸ ਇੰਟਰਵਲ, ਕਿਉਂਕਿ ਇੱਥੇ i ਵੇਰੀ ਕਰ ਰਿਹਾ, ਠੀਕ ਹੈ। ਹਰ ਇੱਕ ਸਬ ਇੰਟਰਵਲ ਦੇ ਵਿੱਚ ਆਪਾਂ ਇੱਕ ਪੁਆਇੰਟ ਲੈ ਲਿਆ ਲਾਈਕ t1 t2 ਐਂਡ ਸੋ ਔਨ, ਠੀਕ ਹੈ। ਬਸ ਸਿੰਪਲੀ ਲੈਗਰੈਂਜ ਮੀਨ ਵੈਲਿਊ ਅਪਲਾਈ ਕੀਤੀ ਤੁਸੀਂ। ਹੁਣ ਰਾਈਟ ਸਾਈਡ ਤੇ ਜਿਹੜਾ ਫੰਕਸ਼ਨ ਦਾ ਡੈਰੀਵੇਟਿਵ ਹੈ ਉਹ ਤੁਹਾਨੂੰ ਕੀ ਕਹਿ ਰਿਹਾ ਕਿ ਲੈਸ ਦੈਨ ਇਕੁਅਲ ਟੂ ਕੀ ਸੀ a ਤੋਂ, ਦੋਨੋਂ ਸਾਈਡ ਮੋਡ ਲੈ ਲਓ, ਠੀਕ ਹੈ। ਦੋਨੋਂ ਸਾਈਡ ਮੋਡੂਲਸ ਲਓਗੇ, ਲੈਫਟ ਹੈਂਡ ਸਾਈਡ ਦਾ ਮੋਡੂਲਸ ਆ ਜਾਊਗਾ, ਰਾਈਟ ਹੈਂਡ ਸਾਈਡ ਦਾ ਮੋਡੂਲਸ ਆ ਜਾਊਗਾ। ਰਾਈਟ ਹੈਂਡ ਸਾਈਡ ਦਾ ਮੋਡੂਲਸ ਤੁਸੀਂ ਅਲੱਗ-ਅਲੱਗ ਕਰ ਸਕਦੇ ਹੋ, ਉਥੋਂ f ਡੈਸ਼ ti ਦਾ ਮੋਡ ਅਲੱਗ ਹੋ ਜਾਊਗਾ ਤੇ xi ਮਾਈਨਸ 1 ਦਾ ਮੋਡ ਅਲੱਗ ਹੋ ਜਾਊਗਾ। ਹੁਣ ਜਿਹੜਾ f ਡੈਸ਼ ti ਦਾ ਮੋਡ ਹੈ ਉਹ ਲੈਸ ਦੈਨ ਇਕੁਅਲ ਟੂ ਕੀ ਹੈ a, ਉਹ ਤੁਹਾਨੂੰ ਕੁਐਸਚਨ 'ਚ ਦਿੱਤਾ ਹੋਇਆ, ਤੇ ਨਾਲ ਕੀ ਰਹਿ ਗਿਆ ਮੋਡ ਆਫ xi ਮਾਈਨਸ 1, ਠੀਕ ਹੈ। ਤੇ xi ਮਾਈਨਸ 1 ਦਾ ਮੋਡ ਹੈ ਉਹ ਹਟਾ ਸਕਦੇ ਹੋ ਕਿਉਂਕਿ ਉਹ ਵੈਲਿਊ ਪੋਜ਼ਿਟਿਵ ਹੀ ਹੋਊਗੀ, ਤਾਂ ਆਪਾਂ ਮੋਡ ਹਟਾ ਕੇ ਸਿੰਪਲੀ ਲਿਖਤਾ xi ਮਾਈਨਸ 1, ਠੀਕ ਹੈ। ਇਹਨਾਂ ਨੇ ਅਪਲਾਈ ਨਹੀਂ ਕੀਤਾ ਹੋਇਆ, ਤੁਸੀਂ ਦੋਨੋਂ ਸਾਈਡ ਮੋਡੂਲਸ ਅਪਲਾਈ ਕਰਕੇ ਵੀ ਕਰ ਸਕਦੇ ਹੋ, ਠੀਕ ਹੈ। ਤਾਂ ਲੈਫਟ ਹੈਂਡ ਸਾਈਡ ਤੇ ਤੁਹਾਡੇ ਕੋਲੇ ਮੋਡ ਬਣ ਗਿਆ f of xi ਮਾਈਨਸ 1 ਦਾ, ਤੇ ਰਾਈਟ ਹੈਂਡ ਸਾਈਡ ਤੇ ਆਪਣੇ ਕੋਲੇ ਕੀ ਆ ਗਿਆ ਲੈਸ ਦੈਨ ਇਕੁਅਲ ਟੂ a ਇੰਟੂ xi ਮਾਈਨਸ 1। ਦੋਨੋਂ ਸਾਈਡ ਸਮੀਸ਼ਨ ਅਪਲਾਈ ਕਰ ਦਿਓ ਬਸ। ਲੈਫਟ ਹੈਂਡ ਸਾਈਡ ਤੇ ਸਮੀਸ਼ਨ ਅਪਲਾਈ ਕਰੋਗੇ ਉਹ ਤੁਹਾਡਾ ਐਜ਼ ਇਟ ਇਜ਼ ਹੀ ਰਹਿ ਜਾਊਗਾ, ਕਿਉਂਕਿ ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਦਾ ਲੈਫਟ ਹੈਂਡ ਸਾਈਡ ਵਾਲਾ ਪਾਰਟ ਆਪਣਾ ਹੀ ਹੁੰਦਾ। ਹੁਣ ਜਸਟ ਰਾਈਟ ਹੈਂਡ ਸਾਈਡ ਨੂੰ ਸੋਲਵ ਕਰਨਾ ਹੈ, ਰਾਈਟ ਹੈਂਡ ਸਾਈਡ 'ਚ a ਤਾਂ ਬਾਹਰ ਹੀ ਆ ਜਾਊ ਸਮੀਸ਼ਨ ਤੋਂ, ਕਿਉਂਕਿ ਸਮੀਸ਼ਨ ਤਾਂ ਆਪਾਂ ਜਸਟ i ਤੇ ਅਪਲਾਈ ਕੀਤਾ ਹੈ, ਤੇ ਸਮੀਸ਼ਨ ਆਫ xi ਮਾਈਨਸ 1 ਦੀ ਵੈਲਿਊ ਤੁਹਾਨੂੰ ਪਤਾ ਹੈ ਕੀ ਹੁੰਦੀ ਹੈ, ਦੈਟ ਇਜ਼ ਇਕੁਅਲ ਟੂ b ਮਾਈਨਸ a, ਠੀਕ ਹੈ। ਤਾਂ ਜਿਹੜਾ a ਵੀ ਤੁਹਾਡਾ ਕੀ ਹੈ ਕਾਂਸਟੈਂਟ ਹੈ, b ਮਾਈਨਸ a ਦੀ ਵੈਲਿਊ ਵੀ ਕੀ ਹੋਊਗੀ ਕਾਂਸਟੈਂਟ, ਤੇ ਰੀਅਲ ਨੰਬਰ ਹੀ ਹੋ ਗਿਆ a ਇੰਟੂ b ਮਾਈਨਸ a, ਤੇ ਇਹਨੂੰ ਆਪਾਂ ਇਕੁਅਲ ਟੂ m ਵੀ ਕਹਿ ਸਕਦੇ ਹਾਂ, ਠੀਕ ਹੈ। ਤਾਂ ਲੈਫਟ ਹੈਂਡ ਸਾਈਡ ਦਾ ਸਮੀਸ਼ਨ ਕੀ ਆ ਗਿਆ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ, ਇਹਦਾ ਮਤਲਬ ਫੰਕਸ਼ਨ ਕੀ ਹੋ ਗਿਆ f ਇਜ਼ ਅ ਫੰਕਸ਼ਨ ਆਫ ਬਾਉਂਡਡ ਵੇਰੀਏਸ਼ਨ ਔਨ ਕਲੋਜ਼ਡ ਇੰਟਰਵਲ a b। ਹੁਣ ਨੈਕਸਟ ਆਪਣੇ ਕੋਲੇ ਕੁਝ ਐਗਜ਼ਾਮਪਲਸ ਹੈ। एग्जाम्पल देखो, फर्स्ट एग्जाम्पल है शो दैट द फंक्शन f डिफाइंड बाय। हुण फंक्शन देखो किवें डिफाइन किया गया, कहंदे अगर तो तुहाडा पॉइंट इरैशनल है तो वैल्यू 0 है, अगर पॉइंट रैशनल है दैन वैल्यू अपने कोले कितनी है 1। कहंदे ये जिहड़ा फंक्शन है दिस इज नॉट ऑफ बाउंडेड वेरिएशन ऑन एनी इंटरवल। कहंदे आपां कोई भी इंटरवल पिक कर लीए उस इंटरवल च फंक्शन तुहाडा बाउंडेड वेरिएशन दा नहीं हैगा,
ठीक है, ਤੁਸੀਂ ਉਵੇਂ ਸਮੀਸ਼ਨ ਬਣਾਓਗੇ। ਹੁਣ ਬਾਉਂਡਡ ਵੇਰੀਏਸ਼ਨ ਦਾ ਮਤਲਬ ਕੀ ਹੁੰਦਾ ਕਿ ਸਮੀਸ਼ਨ ਤੁਹਾਡਾ ਲੈਸ ਦੈਨ ਇਕੁਅਲ ਟੂ ਸਮ ਕਾਂਸਟੈਂਟ ਬਣਨਾ ਚਾਹੀਦਾ। ਤਾਂ ਇੱਥੇ ਹੁਣ ਕੀ ਬਣੂਗਾ, ਉਹ ਗ੍ਰੇਟਰ ਦੈਨ ਇਕੁਅਲ ਟੂ ਬਣ ਜਾਊਗਾ ਸਮ ਕਾਂਸਟੈਂਟ। ਠੀਕ ਹੈ, ਤੇ ਜੇ ਗ੍ਰੇਟਰ ਦੈਨ ਬਣ ਗਿਆ ਫਿਰ ਤਾਂ ਵੈਲਿਊ ਕੁਝ ਵੀ ਹੋ ਸਕਦੀ ਹੈ, ਤਾਂ ਉੱਥੋਂ ਆਪਾਂ ਕਹਿ ਦਾਂਗੇ ਕਿ ਇਹ ਬਾਉਂਡਡ ਵੇਰੀਏਸ਼ਨ ਦਾ ਨਹੀਂ ਹੈਗਾ। ਹੁਣ ਦੇਖੋ ਫਸਟ ਆਪਾਂ ਇੰਟਰਵਲ ਲੈ ਲਿਆ ਕਲੋਜ਼ਡ ਇੰਟਰਵਲ ਏ ਬੀ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿਸੇ ਵੀ ਇੰਟਰਵਲ ਤੇ ਬਾਉਂਡਡ ਵੇਰੀਏਸ਼ਨ ਦਾ ਨਹੀਂ ਹੈਗਾ। ਤਾਂ ਜਨਰਲੀ ਆਪਾਂ ਇੰਟਰਵਲ ਦੇਖੋ ਕੀ ਪਿਕ ਕਰ ਲਿਆ, ਏ ਬੀ ਕਲੋਜ਼ਡ ਇੰਟਰਵਲ। ਹੁਣ ਤੁਸੀਂ ਉਸ ਇੰਟਰਵਲ ਦੀ ਪਾਰਟੀਸ਼ਨ ਬਣਾਈ x0 x1। ਹੁਣ ਪਾਰਟੀਸ਼ਨ ਦੇ ਵਿੱਚ ਬੇਸਿਕਲੀ ਆਪਾਂ n ਪਾਰਟਸ ਚ ਡਿਵਾਈਡ ਕਰਦੇ ਆ, ਇਹਨਾਂ ਨੇ n+2 ਚ ਕਰਤਾ, ਕੋਈ ਪ੍ਰੋਬਲਮ ਨਹੀਂ ਹੈ, ਤੁਸੀਂ n ਚ ਵੀ ਕਰ ਸਕਦੇ ਹੋ। ਠੀਕ ਹੈ, ਚਾਹੇ n ਪਾਰਟਸ ਚ ਡਿਵਾਈਡ ਕਰ ਲਓ, ਚਾਹੇ n+2 ਚ ਕਰ ਲਓ, ਉਸ ਅਕੋਰਡਿੰਗ ਅੱਗੇ ਤੁਸੀਂ ਚੇਂजेस ਕਰ ਦੋਗੇ ਲਿਮਿਟਸ ਦੇ ਵਿੱਚ। ਹੁਣ ਪਾਰਟੀਸ਼ਨ ਡਿਵਾਈਡ ਕਰ ਲਈ ਸੱਚ ਦੈਟ ਕਹਿੰਦੇ x1 ਕੀ ਪੁਆਇੰਟ ਆਪਾਂ ਲੈ ਲਿਆ, x1 ਕੀ ਹੈ, ਕਹਿੰਦੇ ਇਰੈਸ਼ਨਲ ਨੰਬਰ ਹੈ, x2 ਕਹਿੰਦੇ ਕੀ ਹੈ, ਰੈਸ਼ਨਲ ਨੰਬਰ ਹੈ, ਤੇ x3 ਕੀ ਹੈ, ਫਿਰ ਇਰੈਸ਼ਨਲ ਨੰਬਰ ਹੈ। ਮਤਲਬ ਪਾਰਟੀਸ਼ਨ ਕਿਸ ਅਕੋਰਡਿੰਗ ਬਣਾਈ ਹੈ ਕਿ ਜਿਹੜਾ ਫਸਟ ਪੁਆਇੰਟ ਤੁਹਾਡਾ x1 ਹੈ ਉਹਨੂੰ ਇਰੈਸ਼ਨਲ ਲੈ ਲਿਆ, ਨੈਕਸਟ ਵਾਲਾ ਪੁਆਇੰਟ ਰੈਸ਼ਨਲ ਹੋ ਗਿਆ, ਇਸ ਤੋਂ ਨੈਕਸਟ ਵਾਲਾ ਫਿਰ ਇਰੈਸ਼ਨਲ ਹੋ ਗਿਆ, ਇਸ ਤੋਂ ਨੈਕਸਟ ਵਾਲਾ ਫਿਰ ਰੈਸ਼ਨਲ ਹੋ ਗਿਆ। ਇਸ ਤਰੀਕੇ ਨਾਲ ਆਪਾਂ ਪਾਰਟੀਸ਼ਨ ਬਣਾਈ ਹੈ। ਠੀਕ ਹੈ, ਕਿ ਇੱਕ ਪੁਆਇੰਟ ਤੁਹਾਡਾ ਰੈਸ਼ਨਲ ਹੈ, ਨੈਕਸਟ ਵਾਲਾ ਇਰੈਸ਼ਨਲ ਹੈ। ਕਹਿੰਦੇ ਇਹ ਪਾਰਟੀਸ਼ਨ ਤੁਹਾਡੀ ਪੋਸੀਬਲ ਹੋਊਗੀ ਬਿਕਾਜ਼ ਬਿਟਵੀਨ ਐਨੀ ਟੂ ਡਿਸਟਿੰਕਟ ਰੀਅਲ ਨੰਬਰਸ देयर एग्जिस्ट ए रैशनल एज वेल एज इरेशनल नंबर। ਆਪਾਂ ਨੂੰ ਪਤਾ ਕਿਸੇ ਵੀ ਦੋ ਰੀਅਲ ਨੰਬਰਸ ਦੇ ਵਿਚਕਾਰ ਤੁਹਾਡੇ ਕੋਲ ਰੈਸ਼ਨਲ ਪੁਆਇੰਟਸ ਵੀ ਐਗਜ਼ਿਸਟ ਕਰਦੇ ਆ ਤੇ ਇਰੈਸ਼ਨਲ ਪੁਆਇੰਟ ਵੀ ਐਗਜ਼ਿਸਟ ਕਰਦੇ ਆ। ਇਹਦਾ ਮਤਲਬ ਉੱਪਰ ਜਿਹੜੀ ਤੁਸੀਂ ਪਾਰਟੀਸ਼ਨ ਬਣਾਈ ਹੈ ਰੈਸ਼ਨਲ ਇਰੈਸ਼ਨਲ ਰੈਸ਼ਨਲ ਵਾਲੀ, ਤਾਂ ਉਹ ਚੀਜ਼ ਕੀ ਹੈ, ਪੋਸੀਬਲ ਹੈ। ਹੁਣ ਤੁਸੀਂ ਸਮੀਸ਼ਨ ਬਣਾਉਣਾ ਹੈ। ਬਾਉਂਡਡ ਵੇਰੀਏਸ਼ਨ ਦੀ ਡੈਫੀਨੇਸ਼ਨ ਦੇ ਅਕੋਰਡਿੰਗ ਲੈਫਟ ਹੈਂਡ ਸਾਈਡ ਤੁਹਾਡੀ ਕੀ ਹੁੰਦੀ ਹੈ, ਸਮੀਸ਼ਨ f of xi minus f of xi ਦਾ ਮੋਡ। ਹੁਣ ਸਮੀਸ਼ਨ ਇਹ ਤੋਂ ਸਟਾਰਟ ਕਿੱਥੋਂ ਹੋਊਗਾ, 1 ਤੋਂ ਲੈ ਕੇ n+2 ਤੱਕ, ਕਿਉਂਕਿ ਪਾਰਟੀਸ਼ਨ ਤੁਸੀਂ n+2 ਤੇ ਡਿਵਾਈਡ ਕੀਤਾ। ਅਗਰ ਤੁਸੀਂ n ਤੱਕ ਡਿਵਾਈਡ ਕਰਦੇ ਹੋ ਤਾਂ ਤੁਸੀਂ n+2 ਦੀ ਜਗ੍ਹਾ ਤੇ n ਲਿਖ ਦੇਣਾ। ਠੀਕ ਹੈ, ਉਸ ਅਕੋਰਡਿੰਗ ਚੇਂजेस ਕਰ ਲਈ। ਹੁਣ ਕਹਿੰਦੇ ਜਿਹੜੇ ਸਮੀਸ਼ਨ ਦੀ ਵੈਲਿਊ ਹੈ ਗ੍ਰੇਟਰ ਦੈਨ ਇਕੁਅਲ ਟੂ ਹੋਊਗੀ ਸਮੀਸ਼ਨ i is equal to 2 to n+1। ਸਟਾਰਟਿੰਗ ਵਾਲਾ ਸਮੀਸ਼ਨ ਤੁਹਾਡਾ 1 ਤੋਂ ਸਟਾਰਟ ਹੋ ਰਿਹਾ ਸੀ, ਨੈਕਸਟ ਵਾਲਾ ਸਮੀਸ਼ਨ ਤੁਹਾਡਾ 2 ਤੋਂ ਸਟਾਰਟ ਹੋ ਰਿਹਾ। ਤਾਂ ਜਿਹੜਾ ਲੈਫਟ ਹੈਂਡ ਸਾਈਡ ਤੇ ਸਮੀਸ਼ਨ ਉਹਦੇ ਵਿੱਚ ਇੱਕ ਟਰਮ ਐਕਸਟਰਾ ਆਊਗੀ ਨਾ, ਤਾਂ ਕਰਕੇ ਉੱਥੇ ਗ੍ਰੇਟਰ ਦੈਨ ਇਕੁਅਲ ਟੂ ਦਾ ਸਿੰਬਲ ਆ ਜਾਊਗਾ। ਇਹ ਚੀਜ਼ ਕਲੀਅਰ ਹੈ। ਲੈਫਟ ਵਾਲਾ ਸਮੀਸ਼ਨ ਤੁਹਾਡਾ 1 ਤੋਂ ਸਟਾਰਟ ਹੋ ਰਿਹਾ, ਰਾਈਟ ਵਾਲਾ ਸਮੀਸ਼ਨ ਤੁਹਾਡਾ 2 ਤੋਂ ਸਟਾਰਟ ਹੋ ਰਿਹਾ, ਤਾਂ ਆਬਵੀਅਸ ਉਹਦੇ ਵਿੱਚ ਇੱਕ ਟਰਮ ਘੱਟ ਹੋਊਗੀ ਰਾਈਟ ਵਾਲੇ ਚ, ਤਾਂ ਸਿੰਬਲ ਤੁਹਾਡਾ ਗ੍ਰੇਟਰ ਦੈਨ ਇਕੁਅਲ ਟੂ ਬਣੂਗਾ। ਦੇਖੋ ਲੈਫਟ ਸਾਈਡ ਵਾਲਾ ਸਮੀਸ਼ਨ ਤੁਹਾਡਾ ਕਿੱਥੋਂ ਸਟਾਰਟ ਹੋ ਰਿਹਾ, 1 ਤੋਂ ਲੈ ਕੇ n+2 ਤੱਕ। ਆਪਾਂ ਇਹਦੇ ਵਿੱਚੋਂ x0 ਵਾਲਾ ਪੁਆਇੰਟ ਰਿਮੂਵ ਕਰਨਾ ਹੈ, ਕਿਉਂਕਿ ਆਪਾਂ x1 ਤੋਂ ਸਟਾਰਟ ਕੀਤਾ ਕਿ x1 ਤੁਹਾਡਾ ਇਰੈਸ਼ਨਲ ਹੈ ਤੇ x2 ਰੈਸ਼ਨਲ ਹੈ। x0 ਤੇ ਲਾਸਟ ਵਾਲੇ ਪੁਆਇੰਟ ਬਾਰੇ ਆਪਾਂ ਨੂੰ ਨਹੀਂ ਪਤਾ, ਇਸ ਲਈ ਆਪਾਂ ਸਮੀਸ਼ਨ ਦੇ ਵਿੱਚ ਇੱਕ i is equal to 1 ਰਿਮੂਵ ਕਰਤਾ, ਇੱਕ i is equal to n+2 ਵਾਲੀ ਟਰਮ ਉੱਪਰੋਂ ਰਿਮੂਵ ਕਰਤੀ, ਤਾਂ ਉਹ ਗ੍ਰੇਟਰ ਦੈਨ ਇਕੁਅਲ ਟੂ ਬਣੂਗਾ i is equal to 2 ਤੋਂ ਲੈ ਕੇ n+1 ਤੱਕ। ਕਿਉਂਕਿ ਆਬਵੀਅਸ ਹੈ ਰਾਈਟ ਸਾਈਡ ਵਾਲੇ ਸਮੀਸ਼ਨ ਚ ਦੋ ਟਰਮਸ ਘਟ ਗਈਆਂ ਨਾ ਤੁਹਾਡੀਆਂ, ਇੱਕ i is equal to 1 ਵਾਲੀ ਟਰਮ ਆਣੀ ਸੀ, ਇੱਕ i is equal to n+2 ਵਾਲੀ ਟਰਮਸ ਆਣੀ ਸੀ, ਦੋ ਟਰਮਸ ਐਕਸਟਰਾ ਆਣੀਆਂ ਸੀ। ਤਾਂ ਆਬਵੀਅਸ ਉਹ ਸਮੀਸ਼ਨ ਹੈ ਜਿਹੜਾ ਲੈਸ ਦੈਨ ਹੀ ਹੋਊਗਾ ਰਾਈਟ ਵਾਲਾ। ਹੁਣ ਬਸ ਰਾਈਟ ਸਾਈਡ ਤੇ ਵੈਲਿਊਜ਼ ਫਿਲ ਕਰ ਦਿਓ ਸਾਰੀਆਂ 2 ਤੋਂ ਲੈ ਕੇ n+1 ਤੱਕ ਸਾਰੀਆਂ। ਠੀਕ ਹੈ, ਹੁਣ ਹਰ ਇੱਕ ਮੋਡੂਲਸ ਵਾਲੇ ਫੈਕਟਰ ਦੀ ਤੁਸੀਂ ਵੈਲਿਊ ਕੈਲਕੂਲੇਟ ਕਰਨੀ ਹੈ। ਉਹਦੇ ਲਈ ਫੰਕਸ਼ਨ ਤੁਹਾਨੂੰ ਦਿੱਤਾ ਹੋਇਆ ਕੀ ਹੈ, ਪਹਿਲਾ ਹੈਗਾ f of x2, ਤਾਂ f of x2 ਦੀ ਵੈਲਿਊ ਕਿੰਨੀ ਆਊਗੀ, ਉਹ x2 ਤੇ ਡਿਪੈਂਡ ਕਰਦਾ ਕਿ x2 ਤੁਹਾਡਾ ਕੀ ਹੈ, ਰੈਸ਼ਨਲ ਹੈ ਜਾਂ ਇਰੈਸ਼ਨਲ ਹੈ। ਹੁਣ x2 ਪੁਆਇੰਟ ਚੈੱਕ ਕਰੋ ਉੱਪਰੋਂ ਕੀ ਹੈ ਆਪਣਾ, ਆਪਾਂ ਕੀ ਅਸਿਊਮ ਕੀਤਾ, ਰੈਸ਼ਨਲ ਹੈ। ਰੈਸ਼ਨਲ ਹੈ ਤਾਂ f of x2 ਦੀ ਵੈਲਿਊ ਕਿੰਨੀ ਆ ਜਾਏਗੀ 1, ਤੇ f of x1 ਦੀ 0। ਠੀਕ ਹੈ, ਤਾਂ ਫਸਟ ਵਾਲਾ ਜਿਹੜਾ ਮੋਡੂਲਸ ਹੈ ਉਹਦੀ ਓਵਰਆਲ ਵੈਲਿਊ ਤੁਹਾਡੇ ਕੋਲੇ ਕਿੰਨੀ ਬਣ ਗਈ, 1 ਬਣ ਗਈ। ਸੇਮ ਸੈਕਿੰਡ ਵਾਲੇ ਫੈਕਟਰ ਦੀ ਵੈਲਿਊ ਕੱਢੋ, f of x3 ਤੇ f of x2। ਕਲੀਅਰ ਹੈ, ਤਾਂ ਉਹਦੀ ਵੈਲਿਊ ਵੀ ਤੁਹਾਡੇ ਕੋਲੇ 1 ਬਣ ਜੂਗੀ। ਮਤਲਬ ਹਰ ਇੱਕ ਫੈਕਟਰ ਦੀ ਵੈਲਿਊ ਓਵਰਆਲ ਤੁਹਾਡੇ ਕੋਲੇ 1 1 1 ਬਣ ਰਹੀ ਹੈ। ਤਾਂ ਰਾਈਟ ਸਾਈਡ ਤੇ ਤੁਹਾਡੇ ਕੋਲੇ ਫੈਕਟਰ ਕਿੰਨੇ ਆ ਟੋਟਲ, n ਫੈਕਟਰਸ ਹੋਣਗੇ।
ठीक है, तुसी माइनस वाले पार्ट तो चेक कर सकते हो। फर्स्ट पार्ट च देखो माइनस एफ ऑफ x1 है, नैक्सट पार्ट च माइनस एफ ऑफ x2 है ते लास्ट च एफ ऑफ xn है। मतलब टोटल फैक्टर्स ਤੁਹਾਡੇ ਕੋਲੇ राइट हैंड साइड पे n है। ठीक है, तो राइट साइड ਤੇ ਕੀ ਬਣ ਗਿਆ, ग्रेटर दैन इक्वल टू n ਬਣ ਗਿਆ। ਹੁਣ ਕਹਿੰਦੇ ਵਿਚ ਇਜ਼ ਆਰਬਿਟਰੀ ਲਾਰਜ। ਹੁਣ ਜਿੰਨਾ n ਲਾਰਜ ਹੋਊਗਾ, ਹੁਣ ਜਿਹੜਾ ਲੈਫਟ ਸਾਈਡ ਵਾਲਾ ਸਮੀਸ਼ਨ ਹੈ ਉਹ ਤੁਹਾਡੇ ਕੋਲੇ ਗ੍ਰੇਟਰ ਦੈਨ ਇਕੁਅਲ ਟੂ n ਆ ਰਿਹਾ। ਆਪਾਂ ਤਾਂ ਹੁਣ n ਪਾਰਟਸ 'ਚ ਡਿਵਾਈਡ ਕੀਤਾ, ਆਪਾਂ n ਤੋਂ ਜ਼ਿਆਦਾ ਪਾਰਟਸ ਵੀ ਤਾਂ ਡਿਵਾਈਡ ਕਰ ਸਕਦੇ ਹਾਂ, ਕਿੰਨੇ ਮਰਜ਼ੀ ਪਾਰਟਸ 'ਚ ਡਿਵਾਈਡ ਕਰੀ ਚੱਲੋ। ਹੁਣ ਜੇ ਤੁਸੀਂ ਇਨਫਾਈਨਾਈਟਲੀ ਮੈਨੀ ਪਾਰਟਸ 'ਚ ਡਿਵਾਈਡ ਕਰ ਲਿਆ, ਉਸ ਕੇਸ 'ਚ ਤੁਹਾਡਾ ਜਿਹੜਾ ਲੈਫਟ ਵਾਲਾ ਸਮੀਸ਼ਨ ਆ ਉਹ ਗ੍ਰੇਟਰ ਦੈਨ ਇਕੁਅਲ ਟੂ ਹੀ ਬਣੂਗਾ। ਤਾਂ ਇੱਥੋਂ ਆਪਾਂ ਕਹਿ ਸਕਦੇ ਹਾਂ ਕਿ ਫੰਕਸ਼ਨ ਕੀ ਹੈ, ਬਾਉਂਡਡ ਵੇਰੀਏਸ਼ਨ ਦਾ ਨਹੀਂ ਹੈਗਾ। ਨਾਓ ਆ ਜਾਓ ਐਗਜ਼ਾਮਪਲ 2। ਇਹ ਐਗਜ਼ਾਮਪਲ ਤੁਹਾਡੇ ਉਸੇ ਨਾਲ ਦੀ ਹੈ ਜਿਵੇਂ ਤੁਸੀਂ ਪ੍ਰੀਵੀਅਸ ਐਗਜ਼ਾਮਪਲ ਕੀਤੀ ਸੀ ਰਿਮਾਰਕ 1 ਦੇ ਵਿੱਚ। ਠੀਕ ਹੈ, ਤਾਂ ਮੈਂ ਸਟਾਰਟਿੰਗ ਕਰਵਾ ਰਹੀ ਹਾਂ ਤੁਹਾਨੂੰ ਅਪ ਟੂ ਪਾਰਟੀਸ਼ਨ ਤੱਕ, ਅੱਗੇ ਤੁਸੀਂ ਟਰਾਈ ਕਰਿਓ। ਵਿੱਚ ਦੇਖੋ ਆਪਾਂ ਨੂੰ ਕੀ ਕਿਹਾ, ਫੰਕਸ਼ਨ ਦਿੱਤਾ ਹੋਇਆ, ਬਸ ਉਹਦੇ ਵਿੱਚ ਸਾਈਨ ਦਿੱਤਾ ਹੋਇਆ ਸੀ, ਇਹਦੇ ਵਿੱਚ cos ਦੇਤਾ। ਫਸਟ ਆਫ ਆਲ ਤੁਸੀਂ ਕੀ ਸ਼ੋ ਕਰਨਾ ਕਿ ਫੰਕਸ਼ਨ ਕੀ ਹੈ, ਕੰਟੀਨਿਊਸ ਹੈ। ਸੈਕੰਡ ਸ਼ੋ ਕਰਨਾ ਕਿ ਉਹ ਬਾਉਂਡਡ ਵੇਰੀਏਸ਼ਨ ਦਾ ਨਹੀਂ ਹੈਗਾ। ਹੁਣ ਕੰਟੀਨਿਊਟੀ ਤੁਹਾਨੂੰ ਪਤਾ ਤੁਸੀਂ ਕਿਵੇਂ ਚੈੱਕ ਕਰਦੇ ਹੁੰਦੇ ਹੋ, 12th ਲੈਵਲ 'ਚ ਵੀ ਤੁਸੀਂ ਕੰਟੀਨਿਊਟੀ ਕੀਤੀ ਹੋਈ ਹੈ। ਫੰਕਸ਼ਨ ਦੀ ਲਿਮਿਟ ਚੈੱਕ ਕਰਦੇ ਹੋ ਤੇ ਉਹ ਲਿਮਿਟ ਤੁਹਾਡੀ ਵੈਲਿਊ ਦੇ ਇਕੁਅਲ ਆਣੀ ਚਾਹੀਦੀ ਹੁੰਦੀ ਹੈ ਐਫ ਆਫ ਸੀ ਦੇ। ਕਲੀਅਰ ਹੈ ਡੈਫੀਨੇਸ਼ਨ ਕੰਟੀਨਿਊਟੀ ਦੀ ਕਿ ਲਿਮਿਟ ਆਫ ਐਫ ਆਫ ਐਕਸ ਐਟ ਐਕਸ ਟੈਂਡਸ ਟੂ ਸੀ ਕਿਹਦੇ ਇਕੁਅਲ ਹੁੰਦਾ, ਐਫ ਆਫ ਸੀ ਦੇ। ਜਾਂ ਆਪਾਂ ਰਾਈਟ ਐਂਡ ਲੈਫਟ ਹੈਂਡ ਲਿਮਿਟ ਵੀ ਨਿਕਾਲਦੇ ਹੁੰਦੇ ਆ, ਬਟ ਰਾਈਟ ਲੈਫਟ ਕੱਢਣ ਦੀ ਲੋੜ ਹੀ ਨਹੀਂ ਇੱਥੇ, ਕਿਉਂਕਿ x ਨਾਟ ਇਕੁਅਲ ਟੂ 0 ਤੇ ਤੁਹਾਨੂੰ ਇੱਕੋ ਹੀ ਫੰਕਸ਼ਨ ਦਿੱਤਾ ਤਾਂ ਰਾਈਟ ਲੈਫਟ ਸਾਰਾ ਕੁਝ ਵਿੱਚ ਹੀ ਮਰਜ ਹੋ ਜਾਏਗਾ ਆਪਣਾ। ਤਾਂ ਦੇਖੋ fx ਦੀ ਲਿਮਿਟ ਕੈਲਕੂਲੇਟ ਕਰਨੀ ਹੈ 0 ਤੇ, ਕਿਉਂਕਿ ਨਾਟ ਇਕੁਅਲ ਟੂ 0 ਤੇ 0 ਦੀ ਗੱਲ ਕੀਤੀ ਹੈ। ਹੁਣ fx ਦੀ ਲਿਮਿਟ ਦੇਖੋ ਕਿੰਨੀ ਆਉਂਦੀ ਹੈ 0 ਤੇ। cos ਫੰਕਸ਼ਨ ਤਾਂ ਬਾਉਂਡਡ ਹੀ ਹੁੰਦਾ, ਮੂਰੇ x ਪਿਆ, x ਟੈਂਡਸ ਟੂ 0 ਕੀਤਾ 0 ਆ ਗਿਆ। ਤਾਂ 0 ਨੂੰ ਕਿਸੇ ਵੀ ਬਾਉਂਡਡ ਫੰਕਸ਼ਨ ਦੇ ਨਾਲ ਅਗਰ ਆਪਾਂ ਮਲਟੀਪਲਾਈ ਕਰਦੇ ਹਾਂ ਤਾਂ ਵੈਲਿਊ ਆਲਵੇਸ ਆਪਣੇ ਕੋਲੇ ਕੀ ਆਉਂਦੀ ਹੁੰਦੀ ਹੈ, 0। ਠੀਕ ਹੈ, ਤੇ f ਆਫ 0 ਵੀ ਤੁਹਾਨੂੰ ਕੁਐਸਚਨ 'ਚ ਕਿੰਨਾ ਦਿੱਤਾ ਹੋਇਆ, 0 ਹੀ ਦਿੱਤਾ ਹੋਇਆ। ਤਾਂ ਅਗਰ ਫੰਕਸ਼ਨ ਦੀ ਲਿਮਿਟ ਉਹਦੀ ਵੈਲਿਊ ਦੇ ਇਕੁਅਲ ਆ ਗਈ ਤਾਂ ਮੀਨਸ ਫੰਕਸ਼ਨ ਆਪਣੇ ਕੋਲੇ ਕੀ ਹੁੰਦਾ, ਕੰਟੀਨਿਊਸ ਹੁੰਦਾ। ਕਿਉਂ, ਹੁਣ ਤੁਸੀਂ ਬਾਉਂਡਡ ਵੇਰੀਏਸ਼ਨ ਦਾ ਚੈੱਕ ਕਰਨਾ, ਉਹਦੇ ਲਈ ਤੁਸੀਂ ਉਵੇਂ ਪਾਰਟੀਸ਼ਨ ਬਣਾਓਗੇ। ਉੱਥੇ ਆਪਾਂ ਉੱਪਰ 2 ਫਿਕਸ ਕੀਤਾ ਸੀ, ਨੀਚੇ ਆਪਾਂ ਕੀ ਲੈਤੇ ਸੀ, ਸਾਰੇ ਔਡ ਨੰਬਰਸ। ਤਾਂ ਇੱਥੇ 2 ਲੈਣ ਦੀ ਲੋੜ ਨਹੀਂ ਨਿਊਮੀਨੇਟਰ 'ਚ, ਕਿਉਂਕਿ ਇੱਥੇ ਸਟੇਟਮੈਂਟ 'ਚ ਆਲਰੇਡੀ ਤੁਹਾਨੂੰ ਡਿਵਾਈਡ ਦੇ ਵਿੱਚ 2 ਦਿੱਤਾ ਹੀ ਹੋਇਆ। ਠੀਕ ਹੈ, ਤੇ ਇੱਥੇ ਪਾਰਟੀਸ਼ਨ ਦੇਖੋ, ਡਿਨੋਮੀਨੇਟਰ ਦੇ ਵਿੱਚ ਆਪਾਂ ਸਾਰੀਆਂ ਟਰਮਸ ਹੀ ਲੈਤੀਆਂ, ਚਾਹੇ ਈਵਨ ਹੈ ਚਾਹੇ ਔਡ ਹੈ। ਲਾਸਟ ਤੋਂ ਸਟਾਰਟ ਕਰੋ, ਦੇਖੋ ਲਾਸਟ ਤੇ 1 ਹੈ, ਦੈਨ 1/2, ਫਿਰ 1/3, 1/4, 1/5, 1/6 ਐਂ ਸਾਰੇ ਨੰਬਰਸ ਲੈ ਲੋਗੇ ਅਪ ਟੂ 1/2n ਤੱਕ। ਠੀਕ ਹੈ, ਤੇ ਫਰੰਟ ਵਾਲਾ ਪਾਰਟ ਤੁਹਾਡਾ ਹੈਗਾ ਹੀ ਹੈ 0। ਤਾਂ ਬਸ ਇੱਥੇ ਤੁਸੀਂ ਪਾਰਟੀਸ਼ਨ ਥੋੜੀ ਜਿਹੀ ਧਿਆਨ 'ਚ ਰੱਖਣੀ ਹੈ ਕਿ ਪਾਰਟੀਸ਼ਨ ਆਪਾਂ ਕੀ ਬਣਾਉਣੀ ਹੈ। ਠੀਕ ਹੈ, ਹੁਣ ਅੱਗੇ ਪਾਰਟ ਸਿੰਪਲ ਹੀ ਹੈ, ਹਰ ਇੱਕ ਟਰਮ ਦੀਆਂ ਵੈਲਿਊਜ਼ ਕੱਢੋਗੇ ਜਿਵੇਂ ਤੁਸੀਂ ਉਸ ਰਿਮਾਰਕ ਦੇ ਵਿੱਚ ਕੈਲਕੂਲੇਟ ਕੀਤੀਆਂ ਸੀ। ਠੀਕ ਹੈ, ਮੋਡ ਸਮੀਸ਼ਨ ਹੁੰਦਾ ਨਾ, ਤਾਂ ਸਮੀਸ਼ਨ ਇੱਥੇ ਇਹਨਾਂ ਨੇ ਓਪਨ ਹੀ ਕਰਤਾ। ਤਾਂ ਹਰ ਇੱਕ ਟਰਮ ਦੀ ਵੈਲਿਊ ਕੈਲਕੂਲੇਟ ਕਰੋਗੇ ਤਾਂ ਉਹ ਵੈਲਿਊ ਜਦੋਂ ਤੁਸੀਂ ਸੋਲਵ ਕਰ ਲੋਗੇ ਤੁਹਾਡੇ ਕੋਲ ਆ ਬਣ ਜਾਏਗੀ ਕੁਛ ਸੀਰੀਜ਼ 1 + 1/2 ਅਪ ਟੂ 1/n ਟਾਈਪਸ ਦੀ ਬਣ ਜਾਏਗੀ। ਤਾਂ ਇਹਨੂੰ ਵੀ ਅਗਰ ਆਪਾਂ ਸਮੀਸ਼ਨ ਦੀ ਫਾਰਮ 'ਚ ਲਿਖਣਾ ਹੋਵੇ ਤਾਂ ਸਮੀਸ਼ਨ ਕੀ ਲਿਖਾਂਗੇ, 1/n। ਹੁਣ n ਇੱਥੇ ਕੀ ਲਿਖਿਆ, 1 ਤੋਂ ਲੈ ਕੇ ਇਨਫਿਨਿਟੀ ਤੱਕ ਲਿਖਿਆ। ਹੁਣ ਤੁਸੀਂ ਕਹੋਗੇ ਉੱਪਰ ਤਾਂ n ਹੈ ਤਾਂ 1 ਤੋਂ ਲੈ ਕੇ n ਤੱਕ ਆਉਣਾ ਚਾਹੀਦਾ ਸੀ। ਹੁਣ ਇਹ ਤਾਂ ਤੁਸੀਂ n ਪਾਰਟਸ 'ਚ ਡਿਵਾਈਡ ਕੀਤੀ ਹੈ, ਤੁਸੀਂ n ਤੋਂ ਜ਼ਿਆਦਾ ਪਾਰਟਸ 'ਚ ਵੀ ਤਾਂ ਡਿਵਾਈਡ ਕਰ ਸਕਦੇ ਹੋ ਨਾ। ਠੀਕ ਹੈ, ਅਗਰ n ਪਾਰਟਸ 'ਚ ਡਿਵਾਈਡ ਕੀਤਾ ਤਾਂ ਲਿਮਿਟ n ਆ ਜਾਊਗੀ, ਜੇ n + 1 'ਚ ਕਰੋਗੇ n + 1 ਆ ਜਾਊਗੀ। ਜੇ ਮੈਂ ਇਨਫਾਈਨਾਈਟਲੀ ਮੈਨੀ ਪਾਰਟਸ 'ਚ ਡਿਵਾਈਡ ਕਰਦਾ ਇੰਟਰਵਲ ਨੂੰ ਤਾਂ ਤੁਹਾਡੇ ਕੋਲੇ ਸਮੀਸ਼ਨ ਦੀ ਵੈਲਿਊ ਕਿੰਨੀ ਆਊਗੀ, 1 ਤੋਂ ਲੈ ਕੇ ਇਨਫਿਨਿਟੀ ਤੱਕ। ਤੇ ਸਮੀਸ਼ਨ 1/n ਟਾਈਪ ਦੀ ਸੀਰੀਜ਼ ਤੁਹਾਨੂੰ ਪ੍ਰੀਵੀਅਸ ਰਿਮਾਰਕ 'ਚ ਵੀ ਦੱਸੀ ਸੀ ਕੀ ਹੁੰਦੀ ਹੈ, ਡਾਇਵਰਜੈਂਟ ਹੁੰਦੀ ਹੈ, ਅਕੋਰਡਿੰਗ ਹੁੰਦੀ ਹੈ, ਡਾਇਵਰਜੈਂਟ ਹੁੰਦੀ ਹੈ ਅਕੋਰਡਿੰਗ ਟੂ p ਟੈਸਟ। ਮਤਲਬ ਗਿਵਨ ਫੰਕਸ਼ਨ ਕੀ ਹੈ, ਨਾਟ ਆਫ ਬਾਉਂਡਡ ਵੇਰੀਏਸ਼ਨ।